ਤਕਰੀਬਨ 20 ਦਿਨ ਤੋਂ ਅਸੀਂ ਸਟੈਕ ਤੇ ਬੈਠੇ ਹੋਏ ਹਾਂ। ਸਾਡੀ ਨਾ 7 ਦਿਨ ਤੋਂ ਭੁੱਖ ਹੜਤਾਲ ਚੱਲ ਰਹੀ ਹੈ। ਸਾਡੇ ਵਿੱਚ ਇੱਕ ਸਿਸਟਰ 2 ਦਿਨ ਡੇਲੀ ਭੁੱਖ ਹੜਤਾਲ ਤੇ ਬੈਠ ਰਹੀ ਸੀ, ਪਰ ਅੱਜ ਉਹ ਅਚਾਨਕ ਮਤਲਬ ਇਦਾਂ ਕਿ ਸਵੇਰ ਤੋਂ ਅਸੀਂ ਬੁਲਾ ਰਹੇ ਹਾਂ, ਕੋਈ ਰਿਸਪੌਂਡ ਨਹੀਂ ਕਰ ਰਹੀ, ਬੋਲ ਰਹੀ ਆ, ਮਤਲਬ ਕੋਈ ਇਦਾਂ ਦਾ ਰਿਪਲਾਈ ਨਹੀਂ ਕਰ ਰਹੀ। ਲੜਕੀ ਦੀ ਬਹੁਤ ਹਾਲਤ ਬੁਰੀ, ਲੜਕੀ ਦੀ ਬਹੁਤ ਹਾਲਤ ਬੁਰੀ। ਅਸੀਂ ਪਿੰਚ ਵੀ ਕਰ ਰਹੇ ਹਾਂ ਤਾਂ ਉਹਨੂੰ ਫੀਲ ਨਹੀਂ ਹੋ ਰਿਹਾ। ਪਰ ਇੱਥੇ ਮੈਂ ਪੁੱਛਣਾ ਚਾਹੁੰਦੀ ਅੱਜ ਚੰਨੀ ਸਾਹਿਬ ਦੇ ਤਾਂ ਬੇਟੇ ਦੀ ਮੈਰਿਜ ਆ ਜੀ, ਉਹ ਖੁਸ਼ੀਆਂ ਮਾਣ ਰਹੇ ਆ, ਤੇ ਕੱਲ ਨੂੰ ਜੇ ਉਸ ਬੱਚੀ ਨੂੰ ਕੁਝ ਹੋ ਜਾਂਦਾਗਾ ਤਾਂ ਉਹਨਾਂ ਦੇ ਘਰ 'ਚ ਕਿੰਨਾ ਮਾਤਮ ਛਾਇਆ। ਪੰਜਾਬ 'ਚ ਪਤਾ ਹੀ ਹੈ ਕਿ ਕਰੋਨਾ ਯੋਧੇ ਹਰ ਇੱਕ ਮੈਡੀਕਲ ਕਾਲਜ ਦੇ ਸਾਹਮਣੇ ਸਰਕਾਰ ਦਾ 70 ਬਿਠਾ ਕੇ ਵਸਾ ਕੇ ਬੈਠੇ। ਪੰਜਾਬ 'ਚ ਪਤਾ ਹੀ ਹੈ ਕਿ ਕਰੋਨਾ ਯੋਧੇ ਹਰ ਇੱਕ ਮੈਡੀਕਲ ਕਾਲਜ ਦੇ ਸਾਹਮਣੇ ਸਰਕਾਰ ਦਾ 70 ਬਿਠਾ ਕੇ ਵਸਾ ਕੇ ਬੈਠੇ। ਪੰਜਾਬ 'ਚ ਪਤਾ ਹੀ ਹੈ ਕਿ ਕਰੋਨਾ ਯੋਧੇ ਹਰ ਇੱਕ ਮੈਡੀਕਲ ਕਾਲਜ ਦੇ ਸਾਹਮਣੇ ਸਰਕਾਰ ਦਾ 70 ਬਿਠਾ ਕੇ ਵਸਾ ਕੇ ਬੈਠੇ। ਸਾਡੀ ਨਾ 7 ਦਿਨ ਤੋਂ ਭੁੱਖ ਹੜਤਾਲ ਚੱਲ ਰਹੀ ਹੈ। ਸਾਡੇ ਵਿੱਚ ਇੱਕ ਸਿਸਟਰ 2 ਦਿਨ ਡੇਲੀ ਭੁੱਖ ਹੜਤਾਲ ਤੇ ਬੈਠ ਰਹੀ ਸੀ, ਪਰ ਅੱਜ ਉਹ ਅਚਾਨਕ ਮਤਲਬ ਇਦਾਂ ਕਿ ਸਵੇਰ ਤੋਂ ਅਸੀਂ ਬੁਲਾ ਰਹੇ ਹਾਂ, ਕੋਈ ਰਿਸਪੌਂਡ ਨਹੀਂ ਕਰ ਰਹੀ, ਬੋਲ ਰਹੀ ਆ, ਮਤਲਬ ਕੋਈ ਇਦਾਂ ਦਾ ਰਿਪਲਾਈ ਨਹੀਂ ਕਰ ਰਹੀ। ਅਸੀਂ ਉਹਨੂੰ ਕਿਹਾ ਚੱਲ ਬੈਠ ਜਾ, ਪੈ ਜਾ। ਫਿਰ ਉਹਨੂੰ ਅਸੀਂ ਇਦਾਂ ਕਿਹਾ ਕਿ ਚੱਲ ਤੂੰ ਪੈ ਜਾ। ਉਹ ਸਾਡੇ ਪਿੱਛੇ ਬੈਠੀ ਹੋਈ ਸੀ ਤੇ ਸਡਨ ਹੀ ਦਰੀ ਤੇ ਲੰਮੇ ਪੈ ਗਈ। ਜਿੱਦਾਂ ਅਸੀਂ ਉਹਨੂੰ ਬੁਲਾ ਰਹੇ ਹਾਂ, ਕੋਈ ਰਿਸਪੌਂਡ ਨਹੀਂ ਕਰ ਰਹੀ। ਬੋਡੀ ਉਹਦੀ ਹੈ ਮਤਲਬ ਕੌਨਸ਼ੀਅਸ ਥੋੜੀ ਹੈ, ਬਟ ਉਹਦੇ ਪਿੰਚ ਕਰਦੇ ਉਹਨੂੰ ਪਤਾ ਨਹੀਂ ਚੱਲ ਰਿਹਾ ਕਿ ਮੇਰੇ ਕਿੱਥੇ ਪਿੰਚ ਹੋ ਰਿਹਾ। ਜਿੱਦਾਂ ਹੁਣ ਉਹਦੇ ਕੈਥ ਲਗਾਏ ਅੰਦਰ ਸਿਸਟਰਸ ਨੇ, ਤਾਂ ਉਹਨੂੰ ਤਾਂ ਵੀ ਪਤਾ ਨਹੀਂ ਲੱਗਾ ਵੀ ਮੇਰੇ ਕੈਥ ਕਿੱਥੇ ਲੱਗ ਰਿਹਾ। ਤਾਂ ਇਹ ਚੀਜ਼ ਨਹੀਂ ਹੋ ਸਕਦੀ ਕਿ ਸਾਡੀ ਗੱਲ ਸਾਡੇ ਹਸਪੀਟਲ ਵਾਲੇ ਨਾ ਸੁਣਨ, ਇੱਥੇ ਵਾਲੇ ਜਿਹੜਾ ਪ੍ਰਸ਼ਾਸਨ ਆ ਨਾ ਸੁਣੇ। ਜੇ ਸਾਡੇ ਵਿੱਚ ਕਿਸੇ ਸਿਸਟਰ ਨੂੰ, ਕਿਸੇ ਸਟਾਫ ਨੂੰ ਕੁਝ ਹੁੰਦਾ ਏ ਤਾਂ ਅਸੀਂ ਹਸਪੀਟਲ ਵਾਲੇ ਨਾ ਸਰਕਾਰ ਨੂੰ ਕਿਸੇ ਨੂੰ ਨਹੀਂ ਛੱਡਾਂਗੇ, ਕਿਉਂਕਿ ਅਸੀਂ ਇੱਥੇ ਕੰਮ ਕੀਤਾ 1.5 ਸਾਲ ਇਸ ਲਈ ਨਹੀਂ ਕੀਤਾ ਕਿ ਅਸੀਂ ਸਿਰਫ ਇੱਥੇ ਹੁਣ ਮੌਤ ਦੇ ਮੂੰਹ 'ਚ ਦੁਬਾਰਾ ਅਸੀਂ ਮਰਨ ਲਈ ਬੈਠੇ ਹਾਂ। ਜੇ ਭੁੱਖ ਹੜਤਾਲ ਤੇ ਬੈਠੇ ਹਾਂ ਤਾਂ ਸਰਕਾਰ ਨੂੰ ਦੱਸਣ ਲਈ ਬੈਠੇ ਸੀ ਕਿ ਸਾਡਾ ਕੁਝ ਸੁਣੋ, ਸਾਡਾ ਕੋਈ ਹੱਲ ਕਰੋ। ਜੇ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਤਾਂ ਅਸੀਂ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਦੱਸ ਸਕਦੇ ਹਾਂ ਕਿ ਅਸੀਂ ਕੀ ਕਰਨਾ। ਸਾਡਾ ਐਕਸ਼ਨ ਅੱਗੇ ਭਿਆਨਕ ਹੀ ਹੋਣ ਵਾਲਾ ਏ, ਕਿਉਂਕਿ ਅੱਜ ਇਹ ਸਿਸਟਰ ਬਿਮਾਰ ਹੋਈ ਆ, ਇਹਦੀ ਜਗ੍ਹਾ ਕੋਈ ਹੋਰ ਵੀ ਹੋ ਸਕਦਾ। ਹਲੇ ਵੀ ਉਹ ਬੋਡੀ ਉਹਦੀ ਰਿਸਪੌਂਡ ਨਹੀਂ ਕਰ ਰਹੀ। ਆਪਾਂ ਸਾਰਿਆਂ ਨੇ ਟੱਚ ਕੀਤਾ, ਪਿੰਚ ਕੀਤਾ, ਸ਼ੀ ਇਜ਼ ਕੂਲ, ਉਹਦੀ ਬੋਡੀ ਵਾਰਮ ਨਹੀਂ ਹੈਗੀ, ਸ਼ੀ ਇਜ਼ ਸ਼ਿਵਰਿੰਗ। ਹੁਣ ਇੱਦਾਂ ਜਿੱਦਾਂ ਹਸਪੀਟਲ 'ਚ ਲੈ ਕੇ ਆਂਦਾ ਉਹ ਸ਼ਿਵਰ ਕਰ ਰਹੀ ਆ। ਮਤਲਬ ਉਹਨੂੰ ਕੋਈ ਦੇਖਿਆ ਹੈਗਾ, ਇਹ ਨਹੀਂ ਕਿ ਦੇਖਿਆ ਨਹੀਂ, ਬਟ ਉਹਨੂੰ ਕੋਈ ਹਸਪੀਟਲ ਦੇ ਵਿੱਚ ਸਾਡੀ ਗੱਲ ਸੁਣ ਹੀ ਨਹੀਂ ਰਿਹਾ, ਸੁਣਨ ਨੂੰ ਤਿਆਰ ਹੀ ਨਹੀਂ ਹੈਗਾ। ਕਿ ਇਹਨਾਂ ਨੂੰ ਲੱਗਦਾ ਤਾਂ ਮਜ਼ਾਕ ਕਰ ਰਹੇ, ਡਰਾਮੇ ਚੱਲ ਰਹੇ ਆ। ਇਹੋ ਜਿਹੇ ਮਜ਼ਾਕ ਕਦੇ ਨਹੀਂ ਕੀਤੇ ਜਾਂਦੇਗੇ। ਇਹ ਅਸੀਂ ਆਪਦੇ ਹੱਕ ਲਈ ਬੈਠੇ ਹਾਂ, ਹੱਕ ਲੈ ਕੇ ਉੱਠਾਂਗੇ। ਬਟ ਹੁਣ ਜੇ ਸਾਡੀ ਸਿਸਟਰ ਨੂੰ ਕੁਛ ਹੁੰਦਾ ਏ, ਇਸ ਲਈ ਸਿਰਫ ਤੇ ਸਿਰਫ ਹਸਪੀਟਲ, VC ਸਰ, MS ਸਰ ਜਾਂ ਫਿਰ ਸਾਡਾ ਇੱਥੋਂ ਦੀ ਸਰਕਾਰ ਜ਼ਿੰਮੇਵਾਰ ਹੈ। ਅਸੀਂ MLA ਨੂੰ ਦੱਸ ਦੇਣਾ ਚਾਹੁੰਦੇ ਹਾਂ, ਉਹ ਵੋਟਾਂ ਲੈਣ ਆਊਗਾ, ਅਸੀਂ ਵੋਟ ਕਿਸੇ ਨੇ ਨਹੀਂ ਪਾਉਣੀ। ਉਹਦੀ ਗੱਡੀ ਦੇ ਉੱਤੇ ਸਾਰੇ ਪਿੰਡ ਨੂੰ ਕਹਾਂਗੇ ਕਿ ਉਹ ਇਹਨਾਂ ਦਾ ਮਤਲਬ ਬੁਰੇ ਤਰੀਕੇ ਨਾਲ ਸਵਾਗਤ ਕਰਨ। ਅਸੀਂ ਇਹਨਾਂ ਦੇ ਨਾਲ ਖੜੇ ਨਹੀਂ ਹਾਂ। ਮੈਂ ਪਿੰਡ ਦੇ ਵਿੱਚ ਵੀ ਜੇ ਸਾਡੇ ਆਉਂਦੇ ਆ ਤਾਂ ਨਾ ਅਸੀਂ ਇਹਨਾਂ ਦੇ ਖਿਲਾਫ ਖੜਾਂਗੇ। ਅਸੀਂ ਇਹਨਾਂ ਦੇ ਹੱਕ 'ਚ ਬਿਲਕੁਲ ਨਹੀਂ ਖੜਾਂਗੇ, ਕਿਉਂਕਿ ਅਸੀਂ ਅੱਜ ਇੱਥੇ ਮੌਤ ਦੇ ਮੂੰਹ ਵਿੱਚੋਂ ਲੋਕਾਂ ਨੂੰ ਕੱਢ ਕੇ ਅੱਜ ਮੌਤ ਦੇ ਮੂੰਹ 'ਚ ਖੜੇ ਹਾਂ। ਇਸ ਲਈ ਨਹੀਂ ਖੜੇ ਕਿ ਅਸੀਂ ਇਹਨਾਂ ਦਾ ਚੰਗਾ ਕੀਤਾ ਸੀ ਕਿ ਮਾੜਾ ਕੀਤਾ ਸੀ, ਜੋ ਇਹਨਾਂ ਨੂੰ ਦੇਖ ਹੀ ਨਹੀਂ ਰਿਹਾ ਗਾ।
ਹੁਣ ਲੜਕੀ ਦੀ ਪੋਜੀਸ਼ਨ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਹਾਲਾਤ ਹੈ, ਕਿੱਥੇ ਲੈ ਕੇ ਆਏ ਹੋ ਤੁਸੀਂ? ਅਸੀਂ ਇਹਨਾਂ ਨੂੰ ਮੈਡੀਕਲ ਜੀਜੀਐਸ ਹਸਪੀਟਲ ਦੀ ਐਮਰਜੈਂਸੀ ਵਿੱਚ ਲੈ ਕੇ ਆਏ ਆ। ਇੱਥੇ ਇਹਨਾਂ ਨੂੰ ਦੇਖਿਆ ਗਿਆ, ਵਾਈਟਲਸ ਠੀਕ ਆ, ਬਟ ਉਹ ਸ਼ਿਵਰਿੰਗ ਕਰ ਰਹੀ ਆ, ਉਹਦੀ ਬਾਡੀ ਜਿਹੜੀ ਆ ਰਿਸਪੌਂਡਿੰਗ ਨਹੀਂ ਹੈਗੀ। ਉਹਦੀ ਬਾਡੀ ਟੱਚ ਕਰਦੇ ਆ, ਕੂਲ ਆ ਬਿਲਕੁਲ, ਉਹਨੂੰ ਆਪਾਂ ਪਿੰਚ ਕਰਦੇ ਆ, ਉਹ ਰਿਸਪੌਂਡ ਨਹੀਂ ਕਰ ਰਹੀ। ਉਹਦੀ ਬਾਡੀ ਤੋਂ ਪਤਾ ਲੱਗ ਰਿਹਾ ਕਿ ਉਹਨੂੰ ਪਤਾ ਨਹੀਂ ਚੱਲ ਰਿਹਾ ਕੁਝ ਵੀ, ਬੁਲਾ ਰਹੇ ਆ ਮਤਲਬ ਕੋਈ ਚੀਜ਼ ਦਾ ਪ੍ਰੋਪਰਲੀ ਰਿਸਪੌਂਸ ਨਹੀਂ ਕਰ ਰਹੀ। ਤਾਂ ਆਪਾਂ ਇਹ ਦੇਖਣਾ ਚਾਹੁੰਦੇ ਆ ਕਿ ਇਹਦੇ ਵਿੱਚ ਪ੍ਰੋਬਲਮ ਕੀ ਆ। ਮਤਲਬ ਵਾਈਟਲਸ ਇਕੱਲੇ ਠੀਕ ਹੋਣ ਨਾਲ ਪੇਸ਼ੈਂਟ ਠੀਕ ਨਹੀਂ ਹੁੰਦਾ, ਬਹੁਤ ਸਾਰੀਆਂ ਪ੍ਰੋਬਲਮਸ ਹੋਰ ਵੀ ਹੁੰਦੀਆਂ। ਸ਼ੀ ਹੈਵਿੰਗ ਸਟ੍ਰੈਸ, ਸ਼ੀ ਇਜ਼ ਸਿਟਿੰਗ ਵਿਦ ਅਸ ਫਰੋਮ 20 ਡੇਜ਼। ਇਟ ਡਜ਼ਨਟ ਮੀਨ ਕਿ ਉਹ ਇਦਾਂ ਮਤਲਬ ਅਸੀਂ ਕੁਝ ਬੋਲ ਨਹੀਂ ਰਹੇ। ਜੇ ਆਪਾਂ ਚੁੱਪ ਬੈਠੇ ਆ, ਪੀਸਫੁਲ ਪ੍ਰੋਟੈਸਟ ਕਰ ਰਹੇ, ਇਹਦਾ ਮਤਲਬ ਇਹ ਨਹੀਂ ਕਿ ਸਰਕਾਰ ਤੱਕ ਸਾਡੀ ਆਵਾਜ਼ ਨਾ ਪਹੁੰਚੇ। ਅਸੀਂ ਸਰਕਾਰ ਤੱਕ ਆਪਦੀ ਆਵਾਜ਼ ਪਹੁੰਚਾਉਣਾ ਚਾਹੁੰਦੇ। ਸਰਕਾਰ ਸਾਡੀ ਇੰਨੀ ਗੁੰਗੀ ਬੋਲੀ ਜਿਹਨੂੰ ਸੁਣ ਨਹੀਂ ਰਿਹਾ ਕੁਝ ਵੀ, ਕਿ ਅਸੀਂ ਇਹ ਕੀ ਕਰ ਰਹੇ ਆ ਜਾਂ ਕਿਉਂ ਡਰਾਮਾ ਕਰ ਰਹੇ ਆ। ਇਹ ਜੇ ਇਦਾਂ ਲੋਕਾਂ ਨੂੰ ਲੱਗ ਰਿਹਾ ਨਾ ਡਰਾਮਾ ਕਰ ਰਿਹਾ, ਤਾਂ ਸਾਡਾ ਡਰਾਮਾ ਨਹੀਂ ਆ। ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਇੱਟ ਨਾਲ ਇੱਟ ਖੜਕਾ ਦਾਂਗੇ। ਇੱਥੇ ਬੰਦਾ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਕਿ ਕਿਹੜਾ ਸਾਡੇ ਇੱਥੇ ਖਿਲਾਫ ਆ ਕੇ ਬੋਲ ਸਕਦਾ ਹੈ। ਹੁਣ ਉਹ ਐਡਮਿਟ ਆ, ਅੱਗੇ ਦੇਖਦੇ ਆ ਕਿ ਉਹਦਾ ਕੀ ਕੰਡੀਸ਼ਨ ਆ ਜਾਂ ਕਿੱਦਾਂ ਹੈ। ਤਾਂ ਅਸੀਂ ਉਹਨੂੰ ਇੱਥੇ ਐਡਮਿਟ ਕਰਵਾਇਆ ਹੋਇਆ, ਪਤਾ ਚੱਲ ਰਿਹਾ ਕਿ ਉਹ ਕੀ ਬੋਲ ਰਹੀ ਆ, ਰਿਸਪੌਂਡ ਕਰ ਰਹੀ ਆ। ਤਾਂ ਅੱਗੇ ਆਪਾਂ ਉਹਦੇ ਬਾਰੇ ਦੇਖਾਂਗੇ, ਡਾਕਟਰ ਦੱਸਣਗੇ ਇਸ ਚੀਜ਼ ਦੇ ਬਾਰੇ। ਕਰਮਜੀਤ ਕੌਰ ਹੈ, ਮੈਂ ਐਜ਼ ਅ ਸਟਾਫ ਨਰਸ ਜੀਜੀਐਸ 'ਚ ਵਰਕ ਕਰ ਰਹੀ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਵੀ ਦੋ ਆਪਣੇ ਸਟਾਫਸ ਨੇ ਦੱਸਿਆ ਹੀ ਹੋਇਆ, ਦੋ ਜਣਿਆਂ ਨੇ ਵੀ ਕਿ ਲੜਕੀ ਦੀ ਬਹੁਤ ਹਾਲਤ ਬੁਰੀ ਆ, ਉਹਨੂੰ ਅਸੀਂ ਪਿੰਚ ਵੀ ਕਰ ਰਹੇ ਹਾਂ ਤਾਂ ਉਹਨੂੰ ਫੀਲ ਨਹੀਂ ਹੋ ਰਿਹਾ। ਪਰ ਇੱਥੇ ਮੈਂ ਪੁੱਛਣਾ ਚਾਹੁੰਦੀ, ਅੱਜ ਚੰਨੀ ਸਾਹਿਬ ਦੇ ਤਾਂ ਬੇਟੇ ਦੀ ਮੈਰਿਜ ਆ ਜੀ, ਉਹ ਖੁਸ਼ੀਆਂ ਮਾਣ ਰਹੇ ਆ, ਤੇ ਕੱਲ੍ਹ ਨੂੰ ਜੇ ਉਸ ਬੱਚੀ ਨੂੰ ਕੁਝ ਹੋ ਜਾਂਦਾਗਾ ਤਾਂ ਉਹਨਾਂ ਦੇ ਘਰ 'ਚ ਕਿੰਨਾ ਮਾਤਮ ਛਾਇਆ ਹੋਊਗਾ। ਤਾਂ ਮਾਪਿਓ ਜਿਹੜਾ ਬੱਚੇ ਨੂੰ ਪੜ੍ਹਾਉਂਦਾ ਲਿਖਾਉਂਦਾ, ਪੈਸਾ ਲਾਉਂਦਾ ਵੀ ਤਾਂ ਕਿ ਸਾਡੇ ਬੱਚੇ ਦਾ ਕੱਲ੍ਹ ਨੂੰ ਫਿਊਚਰ ਬਹੁਤ ਬਰਾਈਟ ਹੋਵੇ, ਤੇ ਅੱਜ ਉਹਨਾਂ ਨੇ ਐਜੂਕੇਸ਼ਨ ਵੀ ਇੰਨੀ ਵਧੀਆ ਤਰ੍ਹਾਂ ਪ੍ਰੋਵਾਈਡ ਕੀਤੀ ਆ। ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹਨਾਂ ਦੇ ਘਰ ਵਾਲੇ ਮਤਲਬ ਕਿੱਦਾਂ ਕੰਡੀਸ਼ਨ ਸੀ ਉਹਨਾਂ ਦੇ ਘਰ ਦੀ, ਵੀ ਉਹ ਬਹੁਤ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੀ ਆ ਜਾਂ ਪੂਅਰ ਫੈਮਿਲੀ ਤੋਂ। ਘਰਦਿਆਂ ਨੇ ਉਹਨੂੰ ਜਿੱਦਾਂ ਵੀ ਡਿਪਲੋਮਾ ਕਰਾਇਆ ਜਾਂ ਡਿਗਰੀ ਕਰਾਈ, ਉਹਨੂੰ ਲੜਕੀ ਨੂੰ ਇੱਕ ਇਸ ਆਸਤੇ ਕਰਾਈ ਸੀ ਵੀ ਸਾਡੀ ਬੇਟੀ ਐਜੂਕੇਟਿਡ ਹੋਊਗੀ, ਕੱਲ੍ਹ ਨੂੰ ਪੈਰਾਂ 'ਤੇ ਖੜੀ ਹੋਊਗੀ। ਜੇ ਆਹੀ ਹਾਲ ਹੋਏ ਤਾਂ ਮੈਨੂੰ ਨਹੀਂ ਲੱਗਦਾਗਾ ਸਾਰਾ ਪੁਰਾਣਾ ਜੋ ਵੀ ਟਾਈਮ ਸੀਗਾ ਉਹ ਸਾਰਾ ਵਾਪਸ ਆ ਜਾਣਾ। ਲੋਕਾਂ ਨੇ ਧੀਆਂ ਨੂੰ ਘਰੇ ਹੀ ਕੈਦ ਰੱਖਣਾ ਸ਼ੁਰੂ ਕਰ ਦੇਣਾਗਾ, ਕਿਉਂਕਿ ਅਗਲੇ ਬਾਹਰ ਸਰਕਾਰ ਕੁਝ ਸੁਣਦੀ ਨਹੀਂ। ਅੱਜ ਜੇ ਬੱਚੀ ਨੂੰ ਕੁਝ ਹੁੰਦਾ ਤਾਂ ਕੌਣ ਰਿਸਪੌਂਸੀਬਲ ਆ? ਸਰਕਾਰ, ਪੰਜਾਬ ਸਰਕਾਰ ਰਿਸਪੌਂਸੀਬਲ ਆ ਜਾਂ ਫਿਰ ਮੈਡੀਕਲ ਪ੍ਰਸ਼ਾਸਨ? ਇਹ ਦੋਨੇ ਜ਼ਿੰਮੇਵਾਰ ਹੋਣਗੇ ਜੇ ਉਹਨੂੰ ਕੱਲ੍ਹ ਨੂੰ ਕੁਝ ਵੀ ਹੁੰਦਾ। ਤੇ ਅਸੀਂ ਇਹ ਤੋਂ ਵੀ ਅੱਗੇ ਤਿੱਖਾ ਸੰਘਰਸ਼ ਕਰਾਂਗੇ ਜੇ ਉਸ ਬੱਚੀ ਨੂੰ ਕੁਝ ਵੀ ਹੁੰਦਾ। ਮਨਦੀਪ ਕੌਰ ਹੈ, ਮੈਂ ਕੋਵਿਡ-19 ਦੇ ਵਿੱਚ ਐਜ ਏ ਸਟਾਫ ਨਰਸ ਕੰਮ ਕੀਤਾ। ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੱਦਾਂ ਸਾਡਾ ਜਿਹੜਾ ਸਟਾਫ ਹੈ ਤਕਰੀਬਨ 20 ਦਿਨ ਤੋਂ ਅਸੀਂ ਸਟੈਕ ਤੇ ਬੈਠੇ ਹੋਏ ਹਾਂ। 7-8 ਦਿਨ ਹੋ ਗਏ ਸਾਡੀ ਭੁੱਖ ਹੜਤਾਲ ਚੱਲ ਰਹੀ ਹੈ। 2 ਦਿਨ ਤੋਂ ਸਾਡੀ ਇੱਕ ਲੜਕੀ ਜਿਹੜੀ ਲਗਾਤਾਰ ਭੁੱਖ ਹੜਤਾਲ ਰੱਖ ਰਹੀ ਸੀ, ਉਹਦੀ ਕੰਡੀਸ਼ਨ ਆ ਜਿਹੜੀ ਉਹ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਹੈ। ਅਚਾਨਕ ਹੀ ਕੁੜੀ ਦੀ ਤਬੀਅਤ ਖਰਾਬ ਹੋ ਗਈ। ਅਸੀਂ ਉਹਨੂੰ ਐਮਰਜੈਂਸੀ ਦੇ ਵਿੱਚ ਆਪਣੇ ਜੀਜੀਐਸ ਮੈਡੀਕਲ ਕਾਲਜ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟ 'ਚ ਐਡਮਿਟ ਕਰਵਾਇਆ ਹੋਇਆ। ਕੁੜੀ ਦੀ ਬਾਡੀ ਹੈ ਜਿਹੜੀ ਉਹ ਬਿਲਕੁਲ ਕੂਲ ਹੋ ਚੁੱਕੀ ਹੈ, ਰਿਸਪੌਂਸ ਨਹੀਂ ਦੇ ਰਹੀ ਹੈ। ਰਿਸਪੌਂਸ ਬਿਲਕੁਲ ਕੁੜੀ ਦੀ ਬਾਡੀ ਦਾ ਜਿਹੜਾ ਉਹ ਨਹੀਂ ਹੈ। ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸ਼ਰਮ ਕਰੋ ਮਾੜੀ ਮੋਟੀ, ਤੁਹਾਨੂੰ ਸਾਡੀ ਕੋਈ ਵੀ ਗੱਲ ਸੁਣਨੀ ਨਹੀਂ ਮਿਲਦੀ ਪਈ। ਸਾਨੂੰ ਸਾਡਾ ਜਿਹੜਾ ਅਸੀਂ ਤੁਹਾਡਾ ਪਿੱਟ ਸਿਆਪਾ ਕਰ ਰਹੇ ਇੰਨੇ ਦਿਨ ਤੋਂ, ਕਿਸੇ ਨੂੰ ਕੋਈ ਸਿਹਤ 'ਤੇ ਅਸਰ ਨਹੀਂ। ਜੇ ਸਾਡੇ ਸਟਾਫ ਦੇ ਵਿੱਚੋਂ ਕਿਸੇ ਨੂੰ ਵੀ ਕੁਛ ਵੀ ਹੁੰਦਾ, ਜੇ ਅੱਜ ਉਹ ਕੁੜੀ ਨੂੰ ਕੁਛ ਹੁੰਦਾ ਜਾਂ ਸਾਡੇ ਸਟਾਫ 'ਚੋਂ ਕਿਸੇ ਨੂੰ ਕੁਛ ਹੁੰਦਾ, ਤਾਂ ਅਸੀਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਵਾਂਗੇ। ਅਸੀਂ ਇਸ ਚੀਜ਼ ਦਾ ਬਦਲਾ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਲਵਾਂਗੇ। ਹਾਲੇ ਤੱਕ ਤਾਂ ਅਸੀਂ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੇ ਸੀ। ਜੇ ਸਾਡਾ ਕੋਈ ਨੁਕਸਾਨ ਹੁੰਦਾ ਤਾਂ ਸਾਡਾ ਜਿਹੜਾ ਪ੍ਰੋਟੈਸਟ ਬਹੁਤ ਭਿਅੰਕਰ ਹੋਊਗਾ। ਇਹਦਾ ਜਵਾਬ ਹੈ ਜਿਹੜਾ ਪੰਜਾਬ ਸਰਕਾਰ ਤੋਂ ਮੰਗਿਆ ਜਾਊਗਾ ਵੀ ਜੋ ਕੀਤਾ ਤੁਸੀਂ ਰੋਟੀ ਖੋਈ ਸੀ, ਫਿਰ ਹੁਣ ਸਾਡੇ ਜਾਨਾਂ ਦੇ ਵੀ ਵੈਰੀ ਬਣ ਗਏ। ਤੁਸੀਂ ਸਾਡੀ ਜਾਨ ਲੈਣੀ ਕੀਤੀ ਹੋਈ ਹੈ ਕਿਸੇ ਨੇ। ਸਾਡੇ ਪ੍ਰਸ਼ਾਸਨ ਦਾ ਕੋਈ ਵੀ ਮੈਂਬਰ ਹੈ ਜਿਹੜਾ ਪਹੁੰਚ ਨਹੀਂ ਰਿਹਾ, ਤੇ ਇਸ ਚੀਜ਼ ਦਾ ਰਿਸਪੌਂਸ ਹੈ ਜਿਹੜਾ ਉਹ ਸਰਕਾਰ ਹੀ ਦੇਊਗੀ ਵੀ ਕੀ ਰਿਸਪੌਂਸ ਆ ਉਹਨਾਂ ਦੇ ਉੱਤੇ ਸਾਡੀਆਂ ਇਹਨਾਂ ਚੀਜ਼ਾਂ ਦਾ। ਉਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਕਿ ਬੱਚੇ ਭੁੱਖੇ ਤੇ ਆਏ ਬੈਠੇ ਆ, ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਸਾਡੀਆਂ ਮੰਗਾਂ ਦਾ ਜਾਂ ਸਾਡੇ ਰੋਣ ਕਰਲਾਉਣ ਦਾ ਕੋਈ ਅਸਰ ਨਹੀਂ ਉਹਨਾਂ ਤੇ। ਅਸੀਂ ਇਸ ਚੀਜ਼ ਦੇ ਜ਼ਿੰਮੇਵਾਰ ਸਿਰ ਪੰਜਾਬ ਸਰਕਾਰ ਤੇ ਮੈਡੀਕਲ ਸਿਹਤ ਵਿਭਾਗ ਨੂੰ ਮੰਨਾਂਗੇ ਕਿ ਜਿਨ੍ਹਾਂ ਨੇ ਮੂਹਰੇ ਅਸੀਂ ਮੰਗ ਪੱਤਰ ਲਗਾਤਾਰ ਦੇ ਰਹੇ ਹਾਂ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੈ। ਜੇਕਰ ਸਾਡੇ ਕਿਸੇ ਸਟਾਫ ਨੂੰ ਕੁਝ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਸਿਹਤ ਵਿਭਾਗ ਔਰ ਪੰਜਾਬ ਸਰਕਾਰ ਹੋਊਗੀ। ਤਾਂ ਸਾਡਾ ਜਿਹੜਾ ਪ੍ਰੋਟੈਸਟ ਹੈ ਉਹ ਇੰਨਾ ਕੁ ਭਿਅੰਕਰ ਹੋਊਗਾ ਕਿ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਹਾਂਜੀ ਸਰ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੀ ਹਾਂ ਵੀ ਸਾਡੀ ਇੱਕ ਕੁੜੀ ਹੈ ਜਿਹੜੀ ਉਹ ਬਿਮਾਰ ਹੋ ਚੁੱਕੀ ਹੈ। ਸਾਡਾ ਸਟਾਫ ਉਹ ਕੁੜੀ ਨੂੰ ਅਸੀਂ ਐਜ ਇੱਥੇ ਐਮਰਜੈਂਸੀ ਦੇ ਵਿੱਚ ਦਾਖਲ ਕੀਤਾ ਹੋਇਆ, ਜੀਜੀਐਸ ਮੈਡੀਕਲ ਕਾਲਜ ਦੇ ਐਮਰਜੈਂਸੀ ਡਿਪਾਰਟਮੈਂਟ 'ਚ ਦਾਖਲ ਕੀਤਾ। ਬਹੁਤ ਸ਼ਰਮ ਵਾਲੀ ਗੱਲ ਹੈ ਵੀ ਅਸੀਂ 1.5-2 ਸਾਲ ਇੱਥੇ ਮੌਤ ਦੇ ਮੂੰਹ 'ਚ ਕੰਮ ਕੀਤਾ ਤੇ ਅੱਜ ਇੱਥੋਂ ਦਾ ਸਟਾਫ, ਇੱਥੋਂ ਦੇ ਡਾਕਟਰ ਉਹ ਕੁੜੀ ਦੇ ਟੈਸਟ ਕਰਾਉਣ ਦੇ, ਮੈਡੀਸਨ ਦੀ ਸਾਥੋਂ ਪੇਮੈਂਟ ਮੰਗ ਰਹੇ ਆ ਕਿ ਅਸੀਂ ਇਹਨੂੰ ਫੇਰ ਹੱਥ ਪਾਵਾਂਗੇ। ਪਹਿਲਾਂ ਇਹਦੇ ECG, ਐਕਸਰੇ, MRI ਦੇ ਤੁਸੀਂ ਪੇਮੈਂਟ ਜਮ੍ਹਾਂ ਕਰਵਾਓ। ਕੀ ਇੱਦਾਂ ਕੋਈ ਰੂਲ ਨਹੀਂ ਹੁੰਦਾ ਵੀ ਜਿਹੜੇ ਸਟਾਫ ਨੇ ਇੱਥੇ ਕੰਮ ਕੀਤਾ ਇੱਕ ਪਾਸੇ ਸਾਨੂੰ ਕਹਿ ਰਹੇ ਕਿ ਤੁਸੀਂ ਸਾਡਾ ਸਟਾਫ ਹੋ, ਤੁਸੀਂ ਕੋਈ ਮੈਡੀਕਲ ਦਾ
ਸਾਡਾ ਨੁਕਸਾਨ ਨਾ ਕਰੋ। ਸਾਡਾ ਨੁਕਸਾਨ ਹੋਈ ਜਾ ਰਿਹਾ ਤੇ ਸਾਡੇ ਤੋਂ ਇਹ ਪੈਸੇ ਭਰਵਾ ਰਹੇ ਆ। ਸਾਡੀਆਂ ਜਾਨਾਂ ਦਾ ਕੋਈ ਮੁੱਲ ਨਹੀਂ, ਸਾਡੇ ਕੰਮ ਦਾ ਕੋਈ ਮੁੱਲ ਨਹੀਂ। ਬਹੁਤ ਸ਼ਰਮ ਵਾਲੀ ਗੱਲ ਹੈ ਇਹ ਵੀ ਸਾਡੀ ਜਿਹੜੀ ਮਿਹਨਤ ਕੀਤੀ ਇਹਨਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੀ। ਸਾਡੀਆਂ ਜਾਨਾਂ ਦਾ ਮੁੱਲ ਵੀ ਇਹਨਾਂ ਨੇ ਪੈਸੇ ਦੇ ਬਰਾਬਰ ਤੋਲਿਆ ਹੋਇਆ। ਸਾਡੀ ਜਾਨ ਦਾ ਇਹਨਾਂ ਦੇ ਮੂਹਰੇ ਕੋਈ ਮੁੱਲ ਨਹੀਂ। ਕੁੜੀ ਮੌਤ ਦੇ ਮੂੰਹ 'ਚ ਲੜ ਰਹੀ ਹੈ, ਇਹਨਾਂ ਨੂੰ ਇਹ ਹੈ ਵੀ ਇਹ ਪੈਸੇ ਇਕੱਠੇ ਕਰਨ ਤੇ ਸਾਨੂੰ ਦੇਣ, ਫਿਰ ਅਸੀਂ ਕੁੜੀ ਨੂੰ ਹੱਥ ਪਾਵਾਂਗੇ ਜੀ। ਜਿਵੇਂ ਕਿ ਸਾਰੇ ਪੰਜਾਬ 'ਚ ਪਤਾ ਹੀ ਹੈ ਕਿ ਕਰੋਨਾ ਯੋਧੇ ਹਰ ਇੱਕ ਮੈਡੀਕਲ ਕਾਲਜ ਦੇ ਸਾਹਮਣੇ ਸਰਕਾਰ ਦਾ ਸੱਥਰ ਵਸਾ ਕੇ ਬੈਠੇ ਹੋਏ ਆ, ਕਿਉਂਕਿ ਕਰੋਨਾ ਯੋਧਿਆਂ ਤੋਂ 1.5 ਸਾਲ ਕੰਮ ਕਰਾ ਕੇ ਸਰਕਾਰ ਨੇ ਇਹਨਾਂ ਨੂੰ ਜੌਬ ਤੋਂ ਕੱਢ ਦਿੱਤਾ ਹੈ ਤੇ ਅਸੀਂ ਇੱਥੇ 7 ਦਿਨਾਂ ਤੋਂ ਭੁੱਖ ਹੜਤਾਲ ਤੇ ਵੀ ਬੈਠੇ ਹੋਏ ਆ। ਕੋਈ ਵੀ ਸਰਕਾਰ ਦਾ ਨੁਮਾਇੰਦਾ, ਸਿਹਤ ਵਿਭਾਗ ਦਾ ਬੰਦਾ ਸਾਡੇ ਕੋਲ ਪੁੱਛਣ ਨਹੀਂ ਆਇਆ, ਨਾ ਹੀ ਸਾਡੀ ਕਿਸੇ ਯੂਨੀਵਰਸਿਟੀ ਦੇ ਬੰਦੇ ਨੇ ਸਾਰ ਲਈ ਆ। ਅੱਜ ਸਾਡਾ ਇੱਕ ਸਟਾਫ, ਨਰਸਿੰਗ ਸਟਾਫ ਜਿਹੜਾ ਕਿ 2 ਦਿਨ ਤੋਂ ਭੁੱਖ ਹੜਤਾਲ ਤੇ ਬੈਠਾ ਸੀਗਾ, ਅੱਜ ਉਸ ਨੂੰ ਅਸੀਂ ਐਮਰਜੈਂਸੀ 'ਚ ਐਡਮਿਟ ਕਰਾਇਆ ਕਿਉਂਕਿ ਉਹਦਾ BP ਸ਼ੂਗਰ ਲੋ ਹੋ ਗਿਆ ਸੀਗਾ ਤੇ ਉਹ ਬੋਲ ਨਹੀਂ ਰਹੀ ਸੀ ਸਟਾਫ। ਜਦੋਂ ਅਸੀਂ ਐਮਰਜੈਂਸੀ 'ਚ ਆਏ, ਉਹਨਾਂ ਨੇ ਵਾਈਟਲਸ ਵਗੈਰਾ ਚੈੱਕ ਕੀਤੇ, ਪਰ ਹੁਣ ਉਹ ਕਹਿੰਦੇ ਆ, ਡਾਕਟਰ ਸਾਨੂੰ ਕਹਿ ਰਹੇ ਆ ਕਿ ਪੇਮੈਂਟ ਕਰੋ ਜੋ ਵੀ ਤੁਸੀਂ ਇਹਦੇ ਆਪਾਂ ECG ਐਕਸ-ਰੇ ਵਗੈਰਾ ਫਰਦਰ ਰਿਪੋਰਟਸ ਕਰਾਉਣੀਆਂ। ਅਸੀਂ ਪੁੱਛ ਰਹੇ ਹਾਂ, ਜੇ ਅਸੀਂ ਇੱਥੋਂ ਦਾ ਸਟਾਫ ਸੀ, ਸਾਡਾ ESI ਫੰਡ ਕੱਟਿਆ, ਉਹ ਫੰਡ ਕਿੱਥੇ? ਉਹ ਕਾਰਡ ਸਾਡੇ ਕਿਉਂ ਬਣਵਾਏ ਗਏ ਸੀਗੇ ਜਦੋਂ ਅਸੀਂ ਉਸ ਨੂੰ ਹਸਪੀਟਲ ਦੇ ਵਿੱਚ ਯੂਜ਼ ਹੀ ਨਹੀਂ ਕਰ ਸਕਦੇ? ਇਸੇ ਤਰ੍ਹਾਂ ਹੀ ਕਰੋਨਾ ਕਾਲ ਦੇ ਵਿੱਚ ਵੀ ਮੈਂ ਖੁਦ ਪੋਜ਼ਿਟਿਵ ਹੋਈ ਸੀ, ਮੈਂ ਖੁਦ ਆਪਣਾ ਟੈਸਟ ਬਾਹਰੋਂ ਕਰਵਾਇਆ, ਆਪਣੀਆਂ ਮੈਡੀਸਿਨਸ ਖੁਦ ਲਈਆਂ ਤੇ ਜਿਹੜੀ 15 ਦਿਨ ਦੀ ਅਸੀਂ ਛੁੱਟੀ ਵੀ ਲਈ ਸੀ, ਕੁਆਰੰਟਾਈਨ ਪੀਰੀਅਡ ਵੀ ਸਾਡੀ ਸੈਲਰੀ ਕੱਟੀ ਗਈ। ਠੀਕ ਹੈ, ਸਾਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਆ ਕਿ ਇਹਨਾਂ ਕਰੋਨਾ ਯੋਧਿਆਂ ਨਾਲ ਐਡੀ ਬੇਇਨਸਾਫੀ ਸਰਕਾਰ ਕਿਉਂ ਕਰ ਰਹੀ ਹੈ, ਮੈਡੀਕਲ ਪ੍ਰਸ਼ਾਸਨ ਕਿਉਂ ਕਰ ਰਿਹਾ ਆ। ਅਗਰ ਸਾਡੀ ਕੁੜੀ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਡੀਕਲ ਪ੍ਰਸ਼ਾਸਨ ਹੀ ਚੁੱਕੇਗਾ।